सत श्री अकाल, तुसी देख रहे हो फास्ट वे अमृतसर खबरनामा। मैं हां नवनीत रंधावा ते हुण एक नज़र अज दे बुलेटिन दीआं मुख खबरां वल। अमृतसर के कॉलोनाइजर्स ने चंडीगढ़ विखे शहरी विकास मंत्री अमन अरोड़ा नाल कीती मीटिंग। पंजाब विच बेहतर कानून व्यवस्था पहली प्राथमिकता, आख्या डीजीपी गौरव यादव ने। नगर निगम संबंधी लोकां दीआं मुश्किलां पहल दे आधार ते हल होणगियां, आख्या कमिश्नर कुमार सौरभ राज ने। ਅਤੇ ਹੁਣ ਖਬਰਾਂ ਵਿਸਥਾਰ ਨਾਲ। ਅੰਮ੍ਰਿਤਸਰ ਦੇ ਕॉलोनाइजर्स ਦੇ ਇੱਕ ਵਫਦ ਨੇ ਚੰਡੀਗੜ੍ਹ ਵਿਖੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕੀਤੀ। ਸਥਾਨਕ ਸਰਕਾਰਾਂ ਦੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਇਸ ਮੌਕੇ ਤੇ ਇਹਨਾਂ ਕॉलोनाइजर्स ਨੇ ਏਡੀਏ ਅਤੇ ਪੁੱਡਾ ਵੱਲੋਂ ਅਪਰੂਵਡ ਕॉलोनाइजर्स ਦੀਆਂ ਬੰਦ ਕੀਤੀਆਂ ਗਈਆਂ ਰਜਿਸਟਰੀਆਂ ਦਾ ਮੁੱਦਾ ਚੁੱਕਿਆ। ਇਸ ਮੌਕੇ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਵਫਦ ਨੂੰ ਪੇਸ਼ ਮੁਸ਼ਕਿਲਾਂ ਨੂੰ ਸੁਣਦਿਆਂ कॉलोनाइजर्स की मांग नूं मानदिआं रजिस्ट्रियां खोलण दे आदेश जारी कर दिते। ये भी आदेश जारी किए गए कि कॉलोनाइजर्स बकाया ड्यूज इंस्टॉलमेंट्स विच दे सकणगे। इस मीटिंग दौरान सरदार सरबजीत सिंह राजू, अमृतसर बिल्डर्स एंड कॉलोनाइजर्स एसोसीएशन के प्रधान कृष्ण शर्मा कुक्कू, राजेश अरोड़ा आशू, जगजीत सिंह बंटी इस वफद विच शामिल सन। असीं इन्हां ने पिछले हफ्ते एडीए ਤੇ ਆਪਣਾ ਜਲੰਧਰ ਸੀਏ ਬੈਠਦੇ ਨੇ, ਉਹਨਾਂ ਨੇ ਇੱਕ ਹੁਕਮ ਦਿੱਤਾ ਸੀਗਾ, ਇੱਕ ਨਾਦਰਸ਼ਾਹੀ ਫਰਮਾਨ ਕਿ ਬਗੈਰ ਸਾਡੀ ਨਾਲ ਕੰਸਲਟ ਕੀਤਿਆਂ, ਬਗੈਰ ਸਾਡੀ ਕੋਈ ਗੱਲਬਾਤ ਸੁਣਿਆ, ਨਾ ਬਗੈਰ ਸੋਚਿਆ ਵੀ ਇਹਨਾਂ ਦੇ ਜਿਹੜੇ ਆ ਉਹ ਆਪਣਾ ਰਜਿਸਟਰੀਆਂ ਜਿਹੜੀਆਂ ਬੰਦ ਕਰ ਦਿੱਤੀਆਂ। ਅਸੀਂ ਜਿਹੜੀ ਆ ਉਹ ਮਾਨਯੋਗ ਸਾਡੇ ਅੰਮ੍ਰਿਤਸਰ ਦੇ ਲੋਕਲ ਬੋਡੀ ਮਿਨਿਸਟਰ ਨੇ ਡਾਕਟਰ ਨਿੱਜਰ ਜੀ, ਉਹਨਾਂ ਨੂੰ ਆਪਣੀ ਸਾਰੀ ਵਿਵਸਥਾ ਦਿੱਤੀ ਸੀਗੀ ਵੀ ਵਿਵਸਥਾ ਵੀ ਅਸੀਂ ਆ ਰਿਪਰੈਜ਼ੈਂਟੇਸ਼ਨ ਵੀ ਬਣਾ ਕੇ ਲੈ ਕੇ ਆਏ ਹਾਂ ਕਿ ਇਹਦੇ 'ਚ ਨਾ ਤਾਂ ਸਾਡੇ ਨਾਲ ਇੱਕ ਵਾਰੀ ਵੀ ਇਹਨਾਂ ਦੀ ਮੀਟਿੰਗ ਹੋਈ ਆ, ਨਾ ਗੱਲ ਕੀਤੀ ਆ। ਅਸੀਂ ਈਵਨ ਲੈਟਰਸ ਵੀ ਦਿੱਤੀਆਂ ਵਾ ਕਿ ਜੋ ਪੁੱਡਾ ਦਾ ਬਣਦਾ ਇਹਨਾਂ ਦੀ ਕੈਲਕੂਲੇਸ਼ਨ ਦੇ ਵਿੱਚ ਫਰਕ ਹੈਗਾ ਵਾ ਅਤੇ ਉਹਦੇ ਇੰਸਟਾਲਮੈਂਟ ਦੇ ਵਿੱਚ ਅਸੀਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹਾਂ। ਜਿੱਥੇ ਜਿੱਥੇ ਕੋਈ ਫਰਕ ਹੈ, ਜਿੱਥੇ ਪਾਲਿਸੀ ਮੈਟਰ ਦੇ ਉੱਤੇ ਫਰਕ ਹੈਗਾ, ਜਿੱਥੇ ਸਾਨੂੰ ਫਰਕ ਲੈਂਦਾ ਉਹਨਾਂ ਨੂੰ ਫਰਕਾਂ ਨੂੰ ਦੂਰ ਕਰੋ। ਸਾਨੂੰ ਇਸ ਗੱਲ ਦੇ ਵਿੱਚ ਬਹੁਤ ਖੁਸ਼ੀ ਹੋਈ ਹੈ ਇਹ ਗੱਲ ਦੀ ਕਿ ਅਸੀਂ ਅੱਜ ਜਿਹੜੀ ਇੱਥੇ ਗੱਲ ਕੀਤੀ ਆ ਉਹ ਇੱਕ ਪਰਿਵਾਰ ਦੇ ਮਾਹੌਲ ਦੇ ਵਿੱਚ ਕੀਤੀ ਆ ਔਰ ਉਹਨਾਂ ਨੇ ਸਾਡੀਆਂ ਅਨਕੰਡੀਸ਼ਨਲ ਇਹ ਸ਼ਰਤ ਨੂੰ ਮੰਨਿਆ ਹੈ ਕਿ ਤੁਸੀਂ ਜਿਹੜੀਆਂ ਰਜਿਸਟਰੀਆਂ ਨੇ ਉਹ ਅਸੀਂ ਅੱਜ ਤੋਂ ਹੀ ਉਹ ਰਜਿਸਟਰੀਆਂ ਜਿਹੜੀਆਂ ਖੋਲ੍ਹ ਦਿੱਤੀਆਂ ਕॉलोनाइजर्स ਦੀਆਂ ਔਰ ਕੋਈ ਵੀ ਨਹੀਂ। ਲੇਕਿਨ ਜਿੱਥੇ ਉਹਨਾਂ ਨੇ ਇਹ ਗੱਲ ਕਿਹਾ ਵੀ ਜਿੱਥੇ ਡਿਊਜ਼ ਦਾ ਮਸਲਾ ਗੌਰਮੈਂਟ ਦਾ, ਉੱਥੇ ਅਸੀਂ ਵੀ ਇਸ ਗੱਲ 'ਤੇ ਸਹਿਮਤ ਹਾਂ ਕਿ ਜੋ ਜਿਹੜੇ ਜੈਨੂਅਨ ਡਿਊਜ਼ ਨੇ ਸਾਡੇ ਉਹ ਅਸੀਂ ਇੰਸਟਾਲਮੈਂਟਸ 'ਚ ਇਹਨਾਂ ਨੂੰ ਦੇਣੇ ਨੇ। ਦੇਖੋ ਇਸ ਤਰ੍ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਡਿਵੈਲਪਮੈਂਟ ਪੰਜਾਬ ਦੀ ਜਿਹੜੀ ਕਿ ਅਰਬਨ ਪਲੈਨਡ ਅਰਬਨ ਡਿਵੈਲਪਮੈਂਟ ਹੈ, ਉਹ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੈ ਜਿਹੜਾ ਉਹਦੇ ਜ਼ਿੰਮੇ ਹੈ। ਪਰ ਅਨਫੋਰਚੂਨੇਟਲੀ ਪਿਛਲੇ ਲੰਮੇ ਸਮੇਂ ਦੇ ਵਿੱਚ ਜਿਹੜੇ ਪੋਲੀਟੀਕਲ ਲੋਕਾਂ ਦੇ ਆਪਦੇ ਇੰਟਰਸਟ ਪੈਦਾ ਹੋ ਗਏ, ਜਿਹਦੀ ਵਜ੍ਹਾ ਕਰਕੇ ਜਦੋਂ ਜੀ ਕਰਦਾ ਸੀਗਾ ਕਾਨੂੰਨ ਨੂੰ ਕਿਵੇਂ ਬਣਾ ਲਿਆ, ਕਿਵੇਂ ਢਾਹ ਲਿਆ, ਕਿਵੇਂ ਤੋੜ ਬਰੋੜ ਕਰ ਲਈ, ਉਹਦੀ ਵਜ੍ਹਾ ਕਰਕੇ ਅੱਜ ਮਲਟੀਪਲ ਇਸ਼ੂਜ਼ ਨੇ ਜਿਹੜੇ ਉਹ ਪੰਜਾਬ ਦੀ ਜਨਤਾ ਦੇ ਜਿਹੜੇ ਐਂਡ ਕੰਜ਼ਿਊਮਰਸ ਨੇ, ਜਿਨ੍ਹਾਂ ਨੇ ਆਪਦੀ ਜੀਵਨ ਦੀ ਪੂੰਜੀ ਲਾ ਕੇ ਘਰ ਬਣਾਉਣੇ ਨੇ, ਜਾਂ ਡਿਵੈਲਪਰਸ ਵੀ ਜਿਹੜੇ ਪਲਾਨ ਡਿਵੈਲਪਰਸ ਨੇ, ਆਥੋਰਾਈਜ਼ਡ ਡਿਵੈਲਪਰਸ ਨੇ, ਉਹਨਾਂ ਦੇ ਵੀ ਬੜੇ ਇਸ਼ੂ ਸੀਗੇ। ਪਰਸੋਂ ਹੀ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਇੰਦਰਬੀਰ ਜੀ ਨਿੱਜਰ ਸਾਹਿਬ ਨੇ ਮੈਨੂੰ ਹੁਕਮ ਕੀਤਾ ਸੀਗਾ ਕਿ ਅੰਮ੍ਰਿਤਸਰ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਰੁਕੀਆਂ ਪਈਆਂ ਨੇ। ਕਾਫੀ ਪਿਛਲਾ ਲੰਮਾ ਪੁਰਾਣਾ ਇਸ਼ੂ ਸੀਗਾ। ਅੱਜ ਅਸੀਂ ਇਨ ਪ੍ਰਿੰਸੀਪਲ ਸਾਰੇ ਡਿਵੈਲਪਰਸ ਦੇ ਨਾਲ ਮੀਟਿੰਗ ਕਰਕੇ ਇਹ ਡਿਸਾਈਡ ਕੀਤਾ ਡਿਪਾਰਟਮੈਂਟ ਨੇ ਕਿ ਜਿਹੜੀਆਂ ਰਜਿਸਟਰੀਆਂ ਨੇ, ਤਾਂ ਕਿ ਲੋਕਾਂ ਦੀ ਵੀ ਖੱਜਲ ਖੁਆਰੀ ਨਾ ਹੋਵੇ, ਉਹ ਰਜਿਸਟਰੀਆਂ ਨੇ ਜਿਹੜੀਆਂ ਉਹ ਇਮੀਡੀਏਟਲੀ ਖੋਲ੍ਹੀਆਂ ਜਾ ਰਹੀਆਂ ਨੇ। ਇੱਕ ਇਸ਼ੂ ਜਿਹੜਾ ਇਹਨਾਂ ਦਾ EDC ਚਾਰਜਿਸ ਦੇ ਕੈਲਕੂਲੇਸ਼ਨ ਦਾ ਵੱਡੇ ਪੱਧਰ ਦੇ ਉੱਪਰ, ਕਿਉਂਕਿ ਸਰਕਾਰਾਂ ਕਦੇ ਕੋਈ ਪਾਲਿਸੀ ਬਣਾ ਲਈ, ਕਦੇ ਕੋਈ ਪਾਲਿਸੀ ਬਣਾ ਲਈ, ਕਦੇ ਅਲੱਗ-ਅਲੱਗ ਨੋਟੀਫਿਕੇਸ਼ਨ ਆਉਂਦੀਆਂ ਰਹੀਆਂ, ਉਹਦੇ ਮੁਤਾਬਕ ਵਿਦਿਨ ਨੈਕਸਟ ਵੀਕ ਜਿਹੜੇ ਉਹ ਕੈਲਕੂਲੇਸ਼ਨ ਆਫ EDC ਹੈ ਉਹ ਹੋ ਜਾਏਗੀ। ਜਿੰਨੇ EDC ਡਿਵੈਲਪਮੈਂਟ ਚਾਰਜਿਸ ਸਾਰੇ ਸ਼ਹਿਰਾਂ ਦੇ ਵਿੱਚ
ਲੋਕਾਂ ਦੇ ਦਿੱਤੇ ਹੋਏ ਨੇ ਉਹ ਵੀ ਕੱਲ ਸਰਪੰਚ ਸਿੰਘ ਜੀ ਮਾਨ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਉਹ ਸਾਰੇ ਵੀ EDC ਚਾਰजेस ਨੇ ਜਿਹੜੇ ਉਹ ਉਹਨਾਂ ਹੀ ਸ਼ਹਿਰਾਂ ਦੇ ਵਿੱਚ ਦੀ ਡਿਵੈਲਪਮੈਂਟ ਦੇ ਉੱਪਰ ਉਹ ਲਾਉਣ ਦੇ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਸਹੂਲਤ ਵੱਧ ਤੋਂ ਵੱਧ ਦਿੱਤੀ ਜਾ ਸਕੇ। ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਆਪਣੀ ਅੰਮ੍ਰਿਤਸਰ ਫੇਰੀ ਦੇ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਹਾਜ਼ਰੀ ਭਰੀ। ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ DGP ਗੌਰਵ ਯਾਦਵ ਨੇ ਆਖਿਆ ਕਿ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਪੰਜਾਬ ਪੁਲਿਸ ਦੀ ਪਹਿਲੀ ਵਚਨਬੱਧਤਾ ਹੈ। ਪੰਜਾਬ ਪੁਲਿਸ ਰਾਜ ਵਿੱਚ ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ DCP ਪਰਮਿੰਦਰ ਸਿੰਘ ਪੰਡਾਲ ਵੀ ਉਹਨਾਂ ਦੇ ਨਾਲ ਸਨ। ਇਸ ਮੌਕੇ ਇਨਫੋਰਮੇਸ਼ਨ ਦਫ਼ਤਰ ਵਿਖੇ DGP ਗੌਰਵ ਯਾਦਵ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੀ ਯਾਦਵ ਨੇ ਸ਼੍ਰੀ ਦੁਰਗਿਆਣਾ ਮੰਦਿਰ ਦੇ ਸ਼੍ਰੀ ਤੁਲਸੀਦਾਸ ਮੰਦਿਰ ਵਿਖੇ ਮੱਥਾ ਵੀ ਟੇਕਿਆ। देखो जी, अज की मेरी ਅੰਮ੍ਰਿਤਸਰ फेरी का एको ही मकसद सीगा कि सत्य पातशाह अगे अरदास करके पंजाब की अमन शांति ते खुशहाली लई अरदास करा जी। तो मैं अश्योर करदा हाँ कि पंजाब पुलिस एक वर्ल्ड की बेहतरीन पुलिस फोर्स है जिहड़ी पंजाबियां लई लॉ एंड ऑर्डर पीस नूं मेनटेन करूगी। जिवें चीफ मिनिस्टर साहब के ऑर्डरस हैगे ड्रग्स ते गैंगस्टर्स अपनी टॉप प्रायरिटीज़ है। तो तुसीं देखोगे चंद ही दिनों के विच पंजाब दे विच असीं गैंगस्टर्स का नाम हटा दांगे, ड्रग्स ते पूरी नत्थ पावांगे जी। असीं बेसिक पुलिसिंग ते जिहड़ी प्रोफेशनल तरीके नाल पुलिसिंग करनी है उस ते जोर दे रहे हैगे सो दैट पंजाब पुलिस पंजाब दी लोकां दी सेवा कर सके। एक पीपल फ्रेंडली पुलिसिंग असीं लोकां नूं दांगे जी। ਲੋਕਾਂ ਦੀਆਂ ਨਗਰ ਨਿਗਮ ਨਾਲ ਸੰਬੰਧਿਤ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ। ਇਹ ਵਿਚਾਰ ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਨਗਰ ਨਿਗਮ ਦਫ਼ਤਰ ਵਿੱਚ ਲੋਕਾਂ ਨਾਲ ਮੁਲਾਕਾਤ ਕਰਦਿਆਂ ਸਾਂਝੇ ਕੀਤੇ। ਇਸ ਮੌਕੇ ਤੇ ਉਹਨਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ। ਉਹਨਾਂ ਲੋਕਾਂ ਦੀਆਂ ਕੁਝ ਮੁਸ਼ਕਿਲਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਕੀਤੀਆਂ। ਉਹਨਾਂ ਆਖਿਆ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਵੀਰਵਾਰ ਨੂੰ ਨਗਰ ਨਿਗਮ ਦਫ਼ਤਰ ਵਿਖੇ ਮਿਲਣਗੇ। ਅੱਜ ਪਬਲਿਕ ਹੀਅਰਿੰਗ ਦਾ ਪਹਿਲਾ ਦਿਨ ਸੀ ਤੇ ਅਸੀਂ ਡਿਸਾਈਡ ਕੀਤਾ ਹੈ ਕਿ ਐਵਰੀ ਥਰਸਡੇ ਵੀਰਵਾਰ ਨੂੰ ਕਾਰਪੋਰੇਸ਼ਨ ਕੇ ਸਾਰੇ ਅਫਸਰ ਤੇ ਕਮਿਸ਼ਨਰ ਇਹ ਅਸੀਂ ਪਬਲਿਕ ਹੀਅਰਿੰਗ ਕਰਾਂਗੇ। ਜਿਹੜੀ ਪਬਲਿਕ ਨੂੰ ਜਿਸ ਨੂੰ ਜੋ ਵੀ ਦਿੱਕਤ ਹੈ वो इत्थे आ सकते हैं, डायरेक्टली कमिश्नर से मेरे से मिल सकते हैं, अपनी एप्लीकेशन दे सकते हैं। ठीक है, तो जे ब्रांच अफसर होगा वो नाल ही नाल दस देगा कि ये प्रॉब्लम उसके नोटिस में है कि नहीं है, तो कितना टाइम लगेगा इस रिजॉल्व करने में। या असी उस दिन लिस्ट बना रहे हैं, मास्टर लिस्ट। वी विल रिव्यू दिस एट एवरी वीक और एवरी 10 days और 15 days व्हाट्स एवर इट इज़। देखो, मेजर कंप्लेंट तो वायलेशन ऑफ बिल्डिंग बायलॉज की है कि कहीं पे कंस्ट्रक्शन हो रहा है, कितने कंस्ट्रक्शन गलत हो रहा है, कहीं ज़्यादा हो रहा है, कहीं कम हो रहा है, जो लॉज के हिसाब से नहीं है। वो कंप्लेंट ज़्यादा सीरियस नेचर दी हैं। तो अपने MTP साहब ने कहा है कि इसके ऊपर कार्रवाई करें, उनको टाइम दिया है कि वो उसके ऊपर कार्रवाई करें। दैट इज़ वेरी बैड। रिटायर्ड कर्मचारी की सर्विस बुक अगर एक बार वी आर गिविंग वन टाइम रिलीफ की ये अपना अधूरा रिकॉर्ड पूरा कर लें, इसके बाद अगर होगा तो वी विल टेक डिसिप्लिनरी एक्शन। ही इज़ कॉम्पिटेंट इनफ टू सस्पेंड। ठीक है, अंडर द पनिशमेंट एंड अपील रूल्स। देखिए, कमिश्नर पनिशिंग अथॉरिटी से इतर अथॉरिटी, अगर आप पनिशमेंट एंड अपील रूल्स पढ़ेंगे तो उस रूल का, उसमें जो DC साहब का ऑर्डर है उसमें उन्होंने साफ पूरा एक्सप्लेन करके लिखा है कि किस ऑर्डर, किस पावर के तहत वो सस्पेंड कर रहे हैं। आप उनका ऑर्डर पढ़िए, वो एकदम क्लियर है। ਇਹ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਕਿ ਸਰਕਾਰੀ ਦਫ਼ਤਰਾਂ 'ਚ ਆਉਣ ਵਾਲੇ ਲੋਕਾਂ ਨੂੰ ਪੇਸ਼ ਮੁਸ਼ਕਿਲਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਜਾਵੇ ਅਤੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਸਮੇਂ ਸਿਰ ਹੋਵੇ। ਉਸ ਨੂੰ ਲੈ ਕੇ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਅੱਜ
ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਮੁਸ਼ਕਲਾਂ ਸੁਣੀਆਂ ਤੇ ਇਹਨਾਂ ਦਾ ਮੌਕੇ ਤੇ ਹੱਲ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਕੀਤੀਆਂ ਕਿ ਜਿਹੜਾ ਵੀ ਇਨਸਾਨ ਆਪਣੇ ਸਰਕਾਰੀ ਕੰਮਾਂ ਲਈ ਨਗਰ ਨਿਗਮ ਦੇ ਦਫ਼ਤਰ ਆਉਂਦਾ ਤਾਂ ਉਸ ਦੀ ਮੁਸ਼ਕਲ ਫੌਰਨ ਹੱਲ ਕੀਤੀ ਜਾਵੇ ਅਤੇ ਉਸ ਦਾ ਕੰਮ ਸਮੇਂ ਸਿਰ ਕੀਤਾ ਜਾਵੇ। ਕੈਮਰਾਮੈਨ ਰਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਸਰਦਾਰ ਜਗਜੀਤ ਸਿੰਘ ਬੰਟੀ ਨੂੰ ਚੀਫ ਖਾਲਸਾ ਦੀਵਾਨ ਦਾ ਮੀਤ ਪ੍ਰਧਾਨ ਨਿਯੁਕਤ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਖਜਿੰਦਰ ਸਿੰਘ ਪ੍ਰਿੰਸ, ਯਾਦਵਿੰਦਰ ਸਿੰਘ ਆਸ਼ੂ, ਜਸਪਾਲ ਸਿੰਘ ਸ਼ੰਟੂ, ਸੁਮੀਤ ਸਿੰਘ ਚਾਵਲਾ, ਗੁਰਸਿਮਰਨ ਸਿੰਘ, ਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਵੀ ਮੌਜੂਦ ਸਨ। ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਸਿੱਖ ਕੌਮ ਦੀ ਮਾਣਮੱਤਾ ਜਿਹੜਾ ਇਤਿਹਾਸ ਹੈ, ਜਿਹਦੇ ਵਿੱਚ ਮੈਂ ਸਮਝਦਾ ਬਹੁਤ ਹੀ ਮਾਣਮੱਤਾ ਜਿਹੜੀ ਸੰਸਥਾ ਹੈਗੀ ਆ ਚੀਫ ਖਾਲਸਾ ਦੀਵਾਨ, ਜਿਹਨੇ ਪੰਜਾਬ ਨੂੰ, ਪੰਜਾਬੀਅਤ ਨੂੰ ਤੇ ਸਿੱਖ ਕੌਮ ਨੂੰ ਬਹੁਤ ਵੱਡੀ ਜਿਹਦੀ ਦੇਣ ਹੈ। ਕਿਉਂਕਿ ਐਜੂਕੇਸ਼ਨ ਸੁਸਾਇਟੀ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਜਾਂ ਹੋਰ ਸਿਆਸੀ ਐਕਟੀਵਿਟੀਆਂ ਦੇ ਵਿੱਚ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਸਤੇ, ਸਿੱਖ ਕੌਮ ਨੂੰ ਇੱਕ ਚੰਗੀ ਵਿਦਿਅਕ ਢਾਂਚਾ ਦੇਣ ਵਾਸਤੇ ਇਸ ਦੀਵਾਨ ਦਾ ਬਹੁਤ ਅਹਿਮ ਯੋਗਦਾਨ ਸਮੇਂ-ਸਮੇਂ 'ਚ ਰਿਹਾ। ਸੋ ਉਸ ਜਿਹੜੀ ਦੀਵਾਨ ਦੇ ਵਿੱਚ ਮੇਰੇ ਵੀਰ ਜਗਜੀਤ ਬੰਟੀ ਜੀ ਨੂੰ ਜਿਹੜੀ ਸੇਵਾ ਮਿਲੀ ਹੈ ਵਾਈਸ ਪ੍ਰਧਾਨ ਦੀ, ਮੈਂ ਸ਼੍ਰੋਮਣੀ ਅਕਾਲੀ ਜਥੇ ਵੱਲੋਂ ਵੀ ਤੇ ਆਪਣੇ ਵੀਰਾਂ ਵੱਲੋਂ ਤਹਿ ਦਿਲੋਂ ਸਮੁੱਚੀ ਟੀਮ ਦਾ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ, ਪ੍ਰਮਾਤਮਾ ਇਹ ਸਾਰੀ ਜਿਹੜੀ ਟੀਮ ਹੈ ਦੀਵਾਨ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ, ਚਾਹੇ ਉਹ ਪ੍ਰਧਾਨ ਸਾਹਿਬ ਹੋਣ, ਮੀਰ ਪ੍ਰਧਾਨ, ਸਕੱਤਰ ਜਾਂ ਮੈਂਬਰ ਜਿੰਨੇ ਵੀ ਆ, ਇਹ ਬਹੁਤ ਵਧੀਆ ਜਿਹੜੀ ਟੀਮ ਹੈ ਬਣੀ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਤੇ ਸਿੱਖ ਕੌਮ ਵਾਸਤੇ ਵਿਦਿਅਕ ਨੂੰ ਹੋਰ ਸੁਚਾਰੂ ਢੰਗ ਨਾਲ ਮਿਆਰੀ ਸਿੱਖਿਆ ਦੇਣ ਵਾਸਤੇ ਉਹ ਜਿਹੜੀ ਦੇ ਨਾਲ ਧਾਰਮਿਕ ਇਸ ਸਕੂਲਾਂ ਦੇ ਵਿੱਚ ਬਹੁਤ ਵਧੀਆ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ, ਇਹ ਉਪਰਾਲੇ ਕਰਦੇ ਰਹਿਣ। ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਚੱਲ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਹਦਾਇਤ ਕੀਤੀ ਕਿ ਨਸ਼ੇ ਦੇ ਪੀੜਤ ਰੋਗੀਆਂ ਦੇ ਮੁਕੰਮਲ ਇਲਾਜ ਤੱਕ ਦੇ ਪ੍ਰਬੰਧ ਹਸਪਤਾਲ ਕਰੇ, ਚਾਹੇ ਇਸ ਲਈ ਮਰੀਜ਼ ਨੂੰ ਦਾਖਲ ਹੋਣਾ ਪਵੇ ਜਾਂ ਘਰ ਬੈਠ ਕੇ ਦਵਾਈ ਖਾਣ ਦਾ ਪ੍ਰਬੰਧ ਹੋਵੇ। ਉਹਨਾਂ ਦੱਸਿਆ ਕਿ ਇਸ ਕੇਂਦਰ ਵਿੱਚ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਦਾਖਲ ਕਰਕੇ ਇਲਾਜ ਕਰਨ ਦਾ ਪ੍ਰਬੰਧ ਹੈ ਅਤੇ ਇਸ ਲਈ 50 ਬਿਸਤਰਿਆਂ ਦਾ ਹਸਪਤਾਲ ਹੈ, ਜਿੱਥੇ ਮੈਡੀਕਲ ਕਾਲਜ ਹੋਣ ਕਾਰਨ ਹਰੇਕ ਤਰ੍ਹਾਂ ਦੇ ਡਾਕਟਰ ਦੀ ਸਹੂਲਤ ਮੌਜੂਦ ਹੈ। ਇਸ ਕੇਂਦਰ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਲਾਭ ਲੈਣ ਲਈ ਡਾਕਟਰ ਰਾਜੀਵ ਅਰੋੜਾ ਨਾਲ ਫੋਨ ਨੰਬਰ 9417181432 ਨਾਲ ਸੰਪਰਕ ਕੀਤਾ ਜਾਏ। ਤਰਨਤਾਰਨ ਸ਼ਹਿਰ ਵਿੱਚ ਇੱਕ ਔਰਤ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਦੀ ਸੂਚਨਾ ਲੜਕੀ ਦੇ ਪਰਿਵਾਰ ਵੱਲੋਂ ਥਾਣਾ ਸਿਟੀ ਵਿੱਚ ਦੇਣ ਉਪਰੰਤ ਥਾਣਾ ਸਿਟੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਤਰਨਤਾਰਨ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਲਈ ਭੇਜਿਆ। ਲੜਕੀ ਦੇ ਪਰਿਵਾਰ ਦਾ ਆਰੋਪ ਹੈ ਕਿ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਸਾੜਿਆ ਗਿਆ ਹੈ। ਪੁਲਿਸ ਥਾਣਾ ਸਿਟੀ ਦੇ ਡਿਊਟੀ ਅਫਸਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। सर मसला है कि 7 जुलाई ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਮੇਰੀ ਭੈਣ ਆਪ ਅੱਗ ਲਾ ਕੇ ਉਹ ਛੱਡ ਚੁੱਕੀ ਹੈ ਤੇ ਤੁਸੀਂ ਆਓ। ਤੇ ਸਹੁਰੇ ਪਰਿਵਾਰ ਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ। ਅਸੀਂ ਉੱਥੇ ਪਹੁੰਚੇ ਹਾਂ ਤੇ ਸਾਡੇ ਜਾਂਦਿਆਂ ਨੂੰ ਉਹਨਾਂ ਨੇ ਗੱਡੀ 'ਚ ਬਿਠਾਈ ਸੀ। ਸਾਨੂੰ ਵੇਟ ਕਰਦੇ ਰਹੇ, ਕਹਿੰਦੇ ਸੀ ਘੰਟਾ ਵੇਟ ਕੀਤੀ, ਪਰ ਜੋ ਫਿਰ ਅੱਗੇ ਬਾਬੇ ਹਸਪੀਟਲ ਖੜੀ ਕਾਰਵਾਈ ਹੋਈ, ਉਹਨਾਂ ਨੇ 8 ਤਰੀਕ ਸਵੇਰ ਵੈਂਟੀਲੇਟਰ ਤੇ ਕਰਤੀ। ਉਦੋਂ ਸਾਹ ਔਖੇ ਹੋ ਗਏ ਸੀ ਸ਼ਾਮ ਨੂੰ ਜਿੱਦਣ ਇਹ ਗੱਲ ਹੋਈ। ਉਸ ਤੋਂ ਬਾਅਦ ਜੋ ਵੀ ਚੱਲਦੀ ਰਹੀ ਵੈਂਟੀਲੇਟਰ 8 ਤਰੀਕ ਸਵੇਰ ਤੋਂ ਲੈ ਕੇ ਐਂਡ ਤੱਕ ਵੈਂਟੀਲੇਟਰ ਤੇ ਰਹੀ, ਪਰਸੋਂ ਡੈਥ ਤੱਕ। ਇਹਨਾਂ ਨੇ ਡੈਥ ਦੀ ਇਨਫੋਰਮੇਸ਼ਨ ਦਿੱਤੀ ਕਿ ਉਹਦੀ ਡੈਥ ਹੋ ਚੁੱਕੀ ਹੈ। ਅਸੀਂ ਗਏ ਉੱਥੇ, ਮੈਂ ਪਤਾ ਆਮ ਨੋਰਮਲ ਉਹਦਾ ਲੈਣ ਜਾਂਦਾ ਵਾਂ, ਜੋ ਵੀ ਪਤਾ ਲੈਣ ਜਾਂਦਾ 2-3 4 ਵਜੇ ਜਾਂਦਾ। ਸ਼ਾਮੀ ਗਿਆ ਮੈਂ 6:30 ਵਜੇ, ਸਭ ਕੁਝ ਬੰਦ ਸੀ। ICU ਜਿੱਥੇ ਹੈਗੀ ਉਹ ਹੈ ਨਹੀਂ ਅੰਦਰ। ਤੇ ਪੁੱਛਿਆ ਮੈਂ 7 ਨੰਬਰ ਤੇ ਗਿਆ, ਉਹ ਕਹਿੰਦੀ ਉਹਦੀ ਡੈੱਡ ਬੋਡੀ ਮੋਰਚਰੀ ਵੀ ਲਾਤੀ ਹੋਈ। ਉਹਨਾਂ ਵੱਲੋਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਕਿ ਤੁਹਾਡੀ ਧੀ ਮੁੱਕ ਚੁੱਕੀ ਜੇ। ਮੈਨੂੰ 5 ਵਜੇ ਮੇਰੇ ਹਸਬੈਂਡ ਦਾ ਫੋਨ ਆਉਂਦਾ ਵਾ ਕਿ ਡਾਇਲਿਸਿਸ ਕਰਾਉਣਾ ਵਾ ਦਾ, ਤੂੰ ਆ ਕੇ ਸਾਈਨ ਕਰ। ਮੈਂ ਕਿਹਾ ਭਾਜੀ ਮੈਂ ਡਾਇਲਿਸਿਸ ਤੁਸੀਂ ਕਰਾਓ, ਮੇਰੇ ਸਾਈਨ ਕੋਈ ਨਹੀਂ ਪਾਉਂਦੇ। ਮੈਂ ਭਰਾਵਾਂ, ਮੈਂ ਚਲੋ ਹੈ ਭਰਾਵਾਂ, ਪਰ 2 ਬੰਦੇ ਤੁਹਾਡੇ ਵੀ ਰਿਸ਼ਤੇਦਾਰ ਤੇ ਬੈਠੇ, ਉਹ ਕਰਾ ਲਓ ਡਾਇਲਿਸਿਸ ਲਈ। ਘਰ ਵਾਲੇ ਧੀ ਸਹੁਰਾ ਸਾਹਿਬ ਤੁਹਾਡੇ ਸਾਹਮਣੇ ਘਰ ਤੇ ਪਰ ਇਹਨਾਂ ਨੇ ਮੈਨੂੰ ਮਰਨ ਦੀ ਕੋਈ ਇਨਫੋਰਮੇਸ਼ਨ ਦਿੱਤੀ ਜੀ। ਗੁਰੂ ਨਾਨਕ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਬਾਬਿਆਂ ਜੀ ਦੇ ਦਾਲ ਕਰਾਇਆ ਨੂੰ ਤੇ ਇਹਨਾਂ ਦੀ ਦੌਰਾਨੇ ਇਲਾਜ 12 ਤਰੀਕ ਨੂੰ ਮੌਤ ਹੋ ਗਈ ਜੀ। ਕਾਰਨ ਇਹ ਨਾ ਤਕਰੀਬਨ ਇਹ ਕੋਈ 11-12 ਸਾਲ ਤੋਂ ਡਿਪਰੈਸ਼ਨ ਦੀ ਦਵਾਈ ਚੱਲਦੀ ਇਹਨਾਂ ਦੀ, ਉਹ ਵੀ ਖਰਚ ਚੱਲਦੀ ਇਹਨਾਂ ਦੀ। ਅਮਰਦੀਪ ਕੌਰ ਇਹਨਾਂ ਦਾ ਅਮਰਦੀਪ ਕੌਰ ਨਾਂ ਸੀ ਤੇ ਮਲਵਿੰਦਰ ਸਿੰਘ ਨਾਲ ਵਿਆਹੀ ਹੈ। ਉਮਰ ਕਰੀਬ ਇਹਨਾਂ ਦੀ 52-53 ਸਾਲ ਹੈ ਜੀ।
174 ਦੀ ਕਾਰਵਾਈ ਲਿਆਂਦੀ ਰਹੀ ਹੈ ਮਤਲਬ ਉਹਦੇ ਸੰਬੰਧੀ ਅਸੀਂ ਡਾਕਟਰੀ ਬੋਰਡ ਬਹਾ ਲਿਆ ਜੀ। ਜੋ ਵੀ ਡਾਕਟਰ ਦੀ ਰਿਪੋਰਟ ਹੋ ਫਿਰ ਮੁਤਾਬਕ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ। ਫਾਸਟਵੇ ਵੱਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਰੋਜ਼ਾਨਾ ਚੈਨਲ ਨੰਬਰ 556 ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਸਿੱਧੇ ਪ੍ਰਸਾਰਣ ਦੇ ਵਿਸ਼ੇਸ਼ ਅਧਿਕਾਰ ਸਿਰਫ ਫਾਸਟਵੇ ਦੇ ਕੋਲ ਹੀ ਹਨ। ਸਵੇਰਾ ਕੇਬਲ ਫਾਸਟਵੇ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਿੱਧੇ ਪ੍ਰਸਾਰਣ ਦਾ ਸਿਗਨਲ ਚੋਰੀ ਕਰਕੇ ਇਸ ਨੂੰ ਦਿਖਾ ਰਿਹਾ ਹੈ, ਜੋ ਕਿ ਇੱਕ ਕਾਨੂੰਨੀ ਜੁਰਮ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਬਾਰੇ ਕਾਰਵਾਈ ਕੀਤੀ ਜਾਏ। ਮੰਦਿਰ ਸ਼੍ਰੀ ਦੁਰਗਿਆਣਾ ਤੀਰਥ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2005 ਤੋਂ ਮੰਦਿਰ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਵੱਲੋਂ ਮੰਦਿਰ ਕਮੇਟੀ ਅਤੇ ਮੰਦਿਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਗਏ ਹਨ ਅਤੇ ਆਖਿਆ ਕਿ ਉਹਨਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਮੰਦਿਰ ਕਮੇਟੀ ਉੱਪਰ 25 ਲੱਖ ਰੁਪਏ ਦਾ ਭਾਰ ਸੀ ਅਤੇ 2022 ਵਿੱਚ ਹੁਣ 30 ਕਰੋੜ ਰੁਪਏ ਦੇ ਕਰੀਬ ਪੈਸਾ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਗਿਆ ਅਤੇ ਮੰਦਿਰ ਵਿੱਚ ਕਾਫੀ ਬਦਲਾਵ ਅਤੇ ਬਹੁਤ ਸੁੰਦਰ ਤਰੀਕੇ ਨਾਲ ਬਣਾਇਆ ਗਿਆ ਜੋ ਮੰਦਿਰ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਦਿੱਖ ਅਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਦੋਂ ਅਸੀਂ ਦੁਰਗਿਆਨਾ ਮੰਦਿਰ ਦੇ ਅੰਦਰ ਐਂਟਰ ਕੀਤੇ ਸੀ ਉਦੋਂ ਦੁਰਗਿਆਨੇ ਨੂੰ 10 ਫੁੱਟ ਚੌੜੀ ਇੱਕ ਗਲੀ ਜਾਂਦੀ ਸੀ ਜਿਹਦੇ ਦੋਵੇਂ ਪਾਸੇ ਦੁਕਾਨਾਂ ਸੀ। ਦੁਰਗਿਆਨੇ ਚਾਉਣ ਦੇ ਬਾਅਦ 3.5 ਕਿੱਲੇ ਜ਼ਮੀਨ ਜਿਹੜੀ ਅਸੀਂ ਅਕਵਾਇਰ ਕਰਵਾਈ ਔਰ ਉਹਦੇ ਉੱਤੇ ਸੌਂਦਰੀਕਰਨ ਦਾ ਕੰਮ ਸ਼ੁਰੂ ਹੋਇਆ। ਡਬਲ ਸਟੋਰੀ ਪਾਰਕਿੰਗ ਬਣਵਾਈ ਗਈ ਥੱਲੇ, ਜਿਹਦੇ ਵਿੱਚ 400-500 ਗੱਡੀ ਖੜੀ ਹੋ ਰਹੀ ਹੈ ਔਰ 200 ਦੇ ਕਰੀਬ 2 ਵੀਲਰ ਖੜੇ ਹੋ ਰਹੇ ਨੇ। ਔਰ ਇਹਦੇ ਨਾਲ ਸਾਡੀ ਕਮੇਟੀ ਨੇ ਇੰਨਾ ਕੰਮ ਕੀਤਾ ਹੈ ਕਿ ਭੋਗ ਭੰਡਾਰ ਜਿਹੜਾ ਉਹਨੂੰ ਵੀ ਅਪਗ੍ਰੇਡ ਕੀਤਾ ਹੈ, ਮਠਿਆਈ ਹਾਈਜੀਨਿਕ ਕੀਤੀ ਹੈ ਔਰ ਮੰਦਿਰ ਦੇ ਉੱਤੇ ਸੋਨਾ ਚੜਾਇਆ ਔਰ ਲੰਗਰ ਭਵਨ ਜਿਹੜਾ ਉਹ 14 ਘੰਟੇ ਚੱਲਦਾ ਹੈ ਔਰ ਇਹਦੇ ਨਾਲ 2 ਯਾਤਰੀ ਨਿਵਾਸ ਜਿਹਦੇ ਵਿੱਚ 28 ਕਮਰੇ ਨੇ ਔਰ ਹੋਟਲ ਟਾਈਪ ਹੈ ਔਰ ਇੱਕ ਅਸੀਂ ਕਮਿਊਨਿਟੀ ਹਾਲ ਜਿਹਦੇ ਵਿੱਚ ਹਜ਼ਾਰ ਬੰਦੇ ਦੀ ਬੈਠਣ ਦੀ ਕਪੈਸਿਟੀ ਹੈ। 2 ਥੱਲੇ ਉੱਪਰ 2 ਬਣਾਏ ਨੇ, ਉਹਦੇ ਉੱਤੇ 18 ਕਮਰੇ ਹੋਰ ਬਣਾਏ ਨੇ। ਬਹੁਤ ਜ਼ਿਆਦਾ ਕੰਮ ਹੋਇਆ ਹੈ ਇਸ ਟਨਿਓਰ ਦੇ ਵਿੱਚ ਔਰ ਸਾਰਾ ਪਾਰਦਰਸ਼ੀ ਹੋਇਆ ਔਰ ਆਉਣ ਵਾਲੇ ਟਾਈਮ ਦੇ ਉੱਤੇ ਅਸੀਂ ਇਹਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਪਹਿਲੇ ਕਿ ਅਸੀਂ ਮੰਦਿਰ ਜਿਹੜੇ ਨੇ ਉਹ ਬਾਰਡਰ ਦੇ ਏਰੀਏ ਦੇ ਵਿੱਚ ਮੰਦਿਰ ਬਣਵਾਏ ਵੀ ਨੇ, ਜਿਹਦੇ ਵਿੱਚ ਇੱਕ ਪਿੰਡੀ ਸੈਦਾਂ ਦਾ ਮੰਦਿਰ ਹੈ ਔਰ ਕਈ ਮੰਦਿਰ ਪਿੰਡਾਂ ਦੇ ਵਿੱਚ ਜਿਹੜੇ ਉਗਰਵਾਦ ਦੇ ਦੌਰਾਨ ਖੰਡਿਤ ਹੋ ਗਏ ਸੀ ਤੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਜ਼ਿਮੀਂਦਾਰਾਂ ਨੇ ਲੈ ਲਈ ਸੀ, ਉਹ ਮੰਦਿਰ ਖਾਲੀ ਕਰਵਾਏ ਔਰ ਮੰਦਿਰਾਂ ਦੇ ਉੱਤੇ ਪੂਜਾ ਅਰਚਨਾ ਸ਼ੁਰੂ ਕਰਾਈ ਔਰ ਉਹਨਾਂ ਦੀਆਂ ਜ਼ਮੀਨਾਂ ਵੀ ਖਾਲੀ ਕਰਾਈਆਂ ਔਰ ਉਹ ਪੁਜਾਰੀ ਜਿਹੜੇ ਦੁਰਗਿਆਨੋਂ ਗਏ। ਜਦੋਂ ਅਸੀਂ ਆਏ ਸੀ ਤੇ ਦੁਰਗਿਆਨੇ ਨੇ 25 ਲੱਖ ਰੁਪਈਆ ਬਾਜ਼ਾਰ ਦਾ ਕਰਜ਼ਾ ਦੇਣਾ ਸੀ। ਉਦੋਂ ਕੋਈ ਵੀ ਆਦਮੀ ਜਿਹੜਾ ਉਹ ਅੱਗੇ ਨਹੀਂ ਆਇਆ ਔਰ ਕੋਈ ਵੀ ਲੀਡਰ ਅੱਗੇ ਨਹੀਂ ਆਇਆ ਵੀ ਦੁਰਗਿਆਨੇ ਦੀ ਹਾਲਤ ਬਹੁਤ ਖਸਤਾ ਹੈ ਔਰ ਇਹਦਾ ਉਧਾਰ ਕੀਤਾ ਜਾਵੇ। ਸਰੋਵਰ ਦਾ ਕੋਈ ਟ੍ਰੀਟਮੈਂਟ ਪਲਾਨ ਨਹੀਂ ਸੀ ਹੈਗਾ ਔਰ ਮੰਦਿਰ ਦੀ ਜਿਹੜੀ ਸਾਰੀ ਪਰਿਕਰਮਾ ਹੈ ਉਹ ਟੁੱਟੀ ਫੁੱਟੀ ਪਈ ਸੀ ਔਰ ਮੰਦਿਰ ਦੇ ਵਿੱਚ ਕੋਈ ਵੀ ਜਿਹੜੇ ਬ੍ਰਾਹਮਣ ਨੇ ਉਹਨਾਂ ਦੀਆਂ ਤਨਖਾਹਾਂ 1000-1200 ਰੁਪਈਆ ਸੀ। ਇਸ ਤਰੀਕੇ ਨਾਲ ਬਹੁਤ ਬੁਰਾ ਹਾਲ ਸੀ ਔਰ ਅਸੀਂ ਆ ਕੇ ਸਾਰਾ ਇਹ ਕੰਮ ਜਿਹੜਾ ਪਾਰਦਰਸ਼ੀ ਤਰੀਕੇ ਨਾਲ ਕੀਤਾ, ਪਰਿਕਰਮਾ ਠੀਕ ਕੀਤੀ, ਬ੍ਰਾਹਮਣਾਂ ਦੀਆਂ ਤਨਖਾਹਾਂ ਔਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਔਰ ਉਹਨਾਂ ਦੀ ਇੰਸ਼ੋਰੈਂਸ ਸਾਰੀ ਕਰਵਾਈ। ਅੱਜ ਦੀ ਤਰੀਕ 'ਚ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਭਾਵੇਂ ਤਨਖਾਹ 7-8 ਹਜ਼ਾਰ ਹੈ ਲੇਕਿਨ ਉਹਨਾਂ ਦੇ ਬੱਚਿਆਂ ਦੀ ਉਹਨਾਂ ਦੀ ਇੰਸ਼ੋਰੈਂਸ ਕਰਵਾਈ ਵੀ ਹੈ ਔਰ ਉਹ ਜੇਕਰ ਕੋਈ ਵੀ ਆਦਮੀ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪਵੇ ਤੇ ਅਸੀਂ ਉਹਦੇ ਵਾਸਤੇ ਪੈਸੇ ਮੰਦਿਰ ਵੱਲੋਂ ਦਿੰਦੇ ਹਾਂ ਔਰ ਇਹਨਾਂ ਸੇਵਾਦਾਰਾਂ ਦੀ ਜਿਹੜੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ ਵੀ ਦੁਰਗਿਆਨਾ ਕਮੇਟੀ ਇਮਦਾਦ ਕਰਦੀ ਹੈ। ਅਸੀਂ 2 ਹਾਲ ਬਣਾਏ ਹੋਏ ਨੇ ਵੇਟਿੰਗ ਹਾਲ, ਜਿਹੜੇ ਕਿ ਅਜੇ ਉਹਨਾਂ ਦਾ ਬਕਾਇਆ ਕੰਮ ਜਿਹੜਾ ਫਰਨੀਚਰ ਰੱਖਣਾ, POP ਕਰਨੀ, ਇਹ ਬਕਾਇਆ ਹੈ ਔਰ ਹਨੂੰਮਾਨ ਮੰਦਿਰ, ਸ਼ਿਵ ਗੰਗਾ ਮੰਦਿਰ ਜਿਹੜੇ ਨੇ ਉਹਨਾਂ ਦੇ ਵੇਖਣ ਲਾਇਕ ਨੇ, ਜਿਹੜੇ ਤਰੀਕੇ ਨਾਲ ਅਸੀਂ ਉਹਨਾਂ ਸਾਰਿਆਂ ਦੀ ਡਿਵੈਲਪਮੈਂਟ ਕੀਤੀ ਹੈ।
ਹੁਣ ਜਦੋਂ ਸਾਨੂੰ ਬਾਜ਼ਾਰੋਂ 1 ਲੱਖ ਰੁਪਏ ਜਾਂ 20,000 ਦੀ ਵੀ ਕੋਈ ਚੀਜ਼ ਉਧਾਰ ਨਹੀਂ ਸੀ ਮਿਲਦੀ, ਅੱਜ ਦੀ ਤਰੀਕ ਦੇ ਵਿੱਚ ਦੁਰਗਿਆਨੇ ਦੇ ਕੋਲ ਕਰੀਬ 30 ਕਰੋੜ ਦੀਆਂ ਐਫਡੀਆਂ ਨੇ। ਇਹ ਸਾਰਾ ਕੁਝ ਵੇਖਦਿਆਂ ਹੋਇਆਂ ਕਈ ਲੋਕ ਜਿਹੜੇ ਨੇ ਉਹ ਦੁਰਗਿਆਨੇ ਵੱਲ ਅਟਰੈਕਟ ਹੋਏ ਨੇ, ਔਰ ਦੁਰਗਿਆਨੇ ਦਾ ਕੰਮ ਪਹਿਲਾਂ ਤੋਂ ਵੀ ਪਾਰਦਰਸ਼ੀ ਤਰੀਕੇ ਨਾਲ, ਬਹੁਤ ਅੱਛੇ ਤਰੀਕੇ ਨਾਲ ਚੱਲ ਰਿਹਾ। ਮੈਂ ਸਾਰੇ ਜਿੰਨੇ ਭਗਤ ਜਨ, ਜਿੰਨੇ ਇਹਦੇ ਮੈਂਬਰ ਨੇ ਦੁਰਗਿਆਨੇ ਦੇ, ਉਹਨਾਂ ਨੂੰ ਰਿਕੁਐਸਟ ਕਰਦਾ ਔਰ ਅਰਜ਼ ਕਰਦਾ ਉਹਨਾਂ ਨੂੰ ਕਿ ਸਾਰਾ ਕੁਝ ਸੋਚ ਸਮਝ ਕੇ ਔਰ ਕਿਰਦਾਰ ਵੇਖ ਕੇ, ਧਰਮ ਦੇ ਆਧਾਰ 'ਤੇ ਕੰਮ ਕਰਨ ਦੀ ਕਪੈਸਿਟੀ ਵੇਖ ਕੇ, ਉਹਨਾਂ ਦੇ ਜਿਹੜੇ ਲੋਕਾਂ ਨੇ ਸਾਰੀ ਉਮਰ ਕੁਛ ਨਹੀਂ ਕੀਤਾ, ਉਹਨਾਂ ਲੋਕਾਂ ਨੂੰ ਇਗਨੋਰ ਕਰਦੇ ਹੋਏ ਵੋਟਿੰਗ ਕਰੋ, ਤਾਂ ਕਿ ਦੁਰਗਿਆਨਾ ਮੰਦਿਰ ਜਿਹੜਾ ਹੈ ਇਹ ਆਉਣ ਵਾਲੇ ਟਾਈਮ ਦੇ ਉੱਤੇ ਆਪਣੇ ਆਪ ਦੀ ਇੱਕ ਮਿਸਾਲ ਬਣੇ। ਸਾਬਕਾ ਮੰਤਰੀ ਲక్ష్ਮੀ ਕਾਂਤਾ ਚਾਵਲਾ ਵੱਲੋਂ 24 ਜੁਲਾਈ ਨੂੰ ਮੰਦਿਰ ਸ਼੍ਰੀ ਦੁਰਗਿਆਨਾ ਤੀਰਥ ਕਮੇਟੀ ਦੀ ਹੋ ਰਹੀ ਪ੍ਰਧਾਨਗੀ ਦੀ ਚੋਣ ਲਈ ਫਾਰਮ ਭਰੇ ਹਨ, ਜਿਸ ਸੰਬੰਧ ਵਿੱਚ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਉਹ ਮੰਦਿਰ ਕਮੇਟੀ ਦੇ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਉਹਨਾਂ ਵੱਲੋਂ ਮੰਦਿਰ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ, ਜਿਸ ਵਿੱਚ ਕਿਸੇ ਵੀ ਕਿਸਮ ਦੀ ਕੋਤਾਹੀ ਨਹੀਂ ਵਰਤੀ ਜਾਏਗੀ ਅਤੇ ਪਹਿਲ ਦੇ ਆਧਾਰ ਤੇ ਮੰਦਿਰ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਵਧੀਆ ਉਪਰਾਲੇ ਕੀਤੇ जाएंगे। श्री दुर्गाना तीर्थ प्रबंध समिति का शीघ्र ही चुनाव होने जा रहा है। 24 तारीख को हम लोग उस चुनाव में प्रत्याशी हैं, चुनाव लड़ रहे हैं। पहली बार ऐसा हुआ है कि बैलेट से चुनाव होगा, अच्छा होगा, पारदर्शी होगा और शहर की सेवा का, मंदिर की सेवा का, हिंदुत्व की सेवा का संकल्प लेने वाले लोग आगे आकर मंदिर का कार्यभार संभालेंगे। श्री दुर्गाना तीर्थ भक्ति का केंद्र तो है ही। हमारा ये संकल्प है कि ये भक्ति और शक्ति दोनों का केंद्र बने और जितने भी बेटे बेटियां हिंदुस्तान के, विशेषकर पंजाब के, अपने धर्म के लिए, संस्कृति के लिए, भारत माता की आज़ादी के लिए बलिदान हुए हैं, जैसे मदन लाल डिंगरा है, जैसे वीर हकीकत राय है, जैसे भाई मतीदास है, सतीदास है, भाई दयाला जी हैं, इन सब का बलिदान दिन अपने इस शक्ति केंद्र से बनाया जाए और हमारे जो नई पीढ़ी के युवक युवतियां हैं वो अपने शहीदों को जानें, अपने धार्मिक इतिहास से जुड़ें, अपने देवी देवताओं से जुड़ें और हमारा जितना भी ग्रंथ है, धार्मिक साहित्य है, उसको जानें और दुनिया को भी उस साहित्य से परिचित करवाएं। ये भगवान श्री राम जी का देश है, कृष्ण जी का देश है, ये दुर्गा माता की बेटियों का देश है और दुर्गा माँ का देश है। मेरा अपने शहरवासियों से एक निवेदन है कि अब दुर्गाना मंदिर की कायाकल्प होगी, ये सही अर्थों में तीर्थ बनेगा। दुनिया से आने वाला, देश भर से आने वाला जो यात्री है, एक बार इसकी छाया में प्रवेश कर गया तो फिर वह मंदिर का बेटा है, बेटी है, मेहमान है, उसकी देखभाल यथाशक्ति सुख सुविधाओं के साथ मंदिर में की जाएगी। मंदिर का एक आयुर्वेदिक कॉलेज भी है। हमारी ये संकल्प है कि ये मंदिर का आयुर्वेदिक कॉलेज विकास करे, यहाँ पोस्ट ग्रेजुएट तक की शिक्षा दी जाए, इसके साथ अस्पताल बने और गरीब का इलाज यहाँ पर मुफ्त हो सके। संस्कृत हिंदू धर्म की, भारत की रीढ़ की हड्डी है। संस्कृत को जाने बिना हम अपने धर्म को, अपनी संस्कृति को जान ही नहीं सकते हैं। तो जो संस्कृत कॉलेज यहाँ है उसका विस्तार करना, उसमें उच्च शिक्षा का प्रबंध करना और हम ये अवश्य करेंगे कि अमृतसर के जो बच्चे संस्कृत में शिक्षा प्राप्त करते हैं उनकी शिक्षा के लिए छात्रवृत्ति भी हमारे मंदिर की तरफ से दी जाएगी। ठाकुर जी का नाम लेके हम चुनाव लड़ रहे हैं और अमृतसर के धर्म प्रेमी सज्जन, संत जन, उन सब से हमारी ये अपील है कि ये जो दुर्गाना तीर्थ की कमेटी बनने जा रही है, इसको अपना आशीर्वाद दीजिए। सेवा के लिए, भक्ति के लिए, शक्ति के लिए, हिंदुत्व के लिए और भारत माता की सेवा करने के लिए पूरी दुनिया को हम अपने इस श्री दुर्गाना तीर्थ से जोड़ेंगे। और दुर्गाना तीर्थ जो आधुनिक साधन हैं विज्ञान के,
उनके साथ सारी दुनिया के हर घर से जुड़ेगा। मैं एक बार अपील करती हूँ, जो लोग भी दुर्गाना कमेटी के सदस्य हैं वो इस संकल्प के साथ मतदान के दिन अवश्य आएँ। 24 जुलाई को मतदान होगा। श्री राम जी का नाम लेके, माँ दुर्गा की शक्ति लेके और भक्ति लेकर के हम इस दिन मतदान करके चयन करेंगे अपने उन साथियों का जो अगले 5 वर्ष के लिए श्री दुर्गाना तीर्थ को विश्व स्तरीय तीर्थ बनाएंगे। जय श्री राम। 24 जुलाई ਨੂੰ ਮੰਦਿਰ ਸ਼੍ਰੀ ਦੁਰਗਿਆਣਾ ਕਮੇਟੀ ਦੀ ਹੋ ਰਹੀ ਚੋਣ ਲਈ ਸੁਰਿੰਦਰ ਵਿਸ਼ਿਸ਼ਟ ਗੋਗਾ ਵੱਲੋਂ ਮੈਨੇਜਰ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪਰਚੇ ਦਰਜ ਕਰਵਾਏ ਗਏ, ਜਿਸ ਦੌਰਾਨ ਉਹਨਾਂ ਵੱਲੋਂ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਮੈਨੇਜਰ ਦੇ ਅਹੁਦੇ ਲਈ ਚੁਣਿਆ ਜਾਏ ਤਾਂ ਜੋ ਮੰਦਿਰ ਕਮੇਟੀ ਦੇ ਲਈ ਸੰਭਵ ਉਪਰਾਲੇ ਕਰ ਸਕਣ। ਮੈਂ ਪਿਛਲੇ 7 ਸਾਲ ਤੋਂ ਦੁਰਗਿਆਣਾ ਕਮੇਟੀ ਦੇ ਵਿੱਚ ਬਤੌਰ डिप्टी फाइनेंस सैकटरी और चेयरमैन प्रॉपर्टी और रेंटल कमेटी ते सेवा कर रहे हैं। अज साडे दुर्गियाना के इतिहास दे विच पहली बार होया भी असी बैलेट पेपर के नाल इलैक्शन कर रहे हैं, जिहड़ा कि बहुत अच्छा संदेश जिहड़ा वा उस समाज दे विच नहीं गया, क्योंकि इस टाइम दे विच ये सिस्टम जिहड़ा ना पोलिटिसाइज्ड हो रहा है। कई पोलीटिकल पार्टीज़ जड़ियाँ अनवांटेडली इस गेम दे विच आ गई और असी बड़ी कोशिश की 2 महीने तो भी ये यूनैनिमसली ये काम होवे, लेकिन पिछले हालातों को देख के जो पिछले हालात सी असीं लोगों ने दुर्गियाना मंदिर नूं काफ़ी उचाई ते लैके आए हैं। अज काफ़ी साडे कोल बैंक बैलेंस भी आ, काफ़ी प्रॉपर्टीज़ असीं परचेज कीतियां। मैं बीइंग ए चेयरमैन ऑफ प्रॉपर्टीज़ मैं काफ़ी इन्फ्लुएंशियल प्रॉपर्टीज़ जिहड़ियां सी साडी दुर्गियाना नूं बहुत जरूरी सी वो परचेज कीतियां। काफ़ी प्रॉपर्टियां दा पोजैशन जिहड़ा वा लोकां नूं थोड़े थोड़े पैसे दे के आपे खाली करवाया, जिहदी दुर्गियाना नूं बहुत ज़रूरत सी। कई ज़मीन जिहड़ी आ साडे कोल अंदर सी, लेकिन उन्हां दे रजिस्ट्रियां एग्जीक्यूट नहीं सी होईयां, असी वो भी एग्जीक्यूट करवाईयां लोकां कोलों। जिहड़ी प्रॉपर्टी ਸਕੈਟਰਡ सी उन्होंने भी असीं ऑनलाइन लै। काफ़ी अहीं प्रधान रमेश शर्मा जी की प्रेजिडेंटशिप दे विच बहुत ज़्यादा अहीं उत्थे मेहनत करके और काफ़ी असी डिवेलपमेंट की है। हुण भी असी लोगों को मैं अपील करना चाहुंदा कि अगर वाकई इस दुर्गियाना मंदिर की जो डिवेलपमेंट हुई है, जो तुहानूं नज़र आउंदी आ, उस तो अगर तुसी काफ़ी प्रभावित हो या उस तो काफ़ी ठीक समझदे हो तो इस टीम नूं एक बारी फिर मौका दिओ। प्रधान रमेश शर्मा जी की प्रेजिडेंटशिप दे विच मैं सुरिंदर कुमार शर्मा विशिष्ट एज ए उर्फ गोगा एज ए मैनेजर फाइट कर रहे हैं, कंटेस्ट कर रहे हैं। और साडे रमेश शर्मा जी प्रधान ने, जनरल सैकटरी रमेश इंजीनियर जी ने और जनरल सैकटरी जिहड़े आ वो राजीव जोशी जी ने। मैं सारे अगे बेनती करांगा कि इस टीम नूं वध तो वध सपोर्ट दिओ। नवनियुक्त डीसीपी डिटेक्टिव मुखविंदर सिंह भुल्लर ने अपना अहुदा संभाल लिया है। एडीसीपी डिटेक्टिव हरजीत सिंह तालीवाल ने अपने दफ्तर विखे अपना अहुदा संभाल लिया है। हरपाल सिंह रंधावा ने एडीसीपी सिटी 2 के दफ्तर विखे अपना अहुदा संभाल लिया है। वरिंदर सिंह खोसा ने एसीपी नॉर्थ का चार्ज संभाल लिया है। सुरिंदर सिंह ने एसीपी सेंट्रल का चार्ज संभाल लिया है। गुरप्रताप सिंह सोहता ने एसीपी ईस्ट का अहुदा संभाल लिया है। म्यूनिसिपल कॉरपोरेशन ਅੰਮ੍ਰਿਤਸਰ ਵਧੀਆ ਉਪਰਾਲੇ ਕਰਦਾ ਰਹਿੰਦਾ ਹੈ ਅਤੇ ਸ਼ਹਿਰ ਵਾਸੀਆਂ ਦਾ ਧਿਆਨ ਵੀ ਰੱਖਦਾ ਹੈ। ਵੇਖਣ ਵਿੱਚ ਆਉਂਦਾ ਹੈ ਕਿ ਕਈ ਜਗ੍ਹਾ ਬਹੁਤ ਵਧੀਆ ਕੰਮ ਹੋ ਰਹੇ ਹਨ, ਪਰ ਕੁਝ ਜਗ੍ਹਾ ਗਲਤੀਆਂ ਵੀ ਰਹਿ ਜਾਂਦੀਆਂ ਹਨ। ਸਾਡੀ ਟੀਮ ਨੇ ਸ਼ਹਿਰ ਵਿੱਚ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਡਿਵੈਲਪਮੈਂਟ ਦੇ ਕੰਮ ਵਿੱਚ ਪਲੱਸ ਅਤੇ ਮਾਈਨਸ ਦੋਵੇਂ ਚੀਜ਼ਾਂ ਹਨ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਮੰਨੇ ਹੋਏ ਕੰਪਨੀ ਬਾਗ ਦੀ, ਜਿਸ ਜਗ੍ਹਾ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਨਜ਼ਰ ਆਏ, ਜੋ ਕਿ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਹਨ। टाइम टू टाइम ये कूड़े के ढेर चुके भी जाते हैं, लेकिन इस काम में अक्सर देरी होती है। कंपनी बाग शहर वासियों की मनपसंद जगह रही है और सैर वास्ते अक्सर लोग इस जगह आते हैं। कंपनी बाग विखे लोगों को वधिया माहौल मिलना चाहिए, जो कि लगे हुए कूड़े के ढेरों कारण नहीं मिलता। असी अमृतसर शहर वासियों वालों म्यूनिसिपल कॉरपोरेशन अमृतसर अगे एक पुरजोर मंग रखते हैं कि कंपनी बाग वर्गे इलाके को साफ सुथरा रखा जाए ਤਾਂ ਜੋ ਸ਼ਹਿਰ ਵਾਸੀਆਂ ਨੂੰ ਇੱਕ ਵਧੀਆ ਮਾਹੌਲ ਮਿਲ ਸਕੇ, ਕਿਉਂਕਿ ਵੱਡਿਆਂ ਦੀ ਸੈਰ ਤੋਂ ਇਲਾਵਾ ਬੱਚੇ ਵੀ ਇਸ ਜਗ੍ਹਾ ਖੇਡਦੇ ਨਜ਼ਰ ਆਉਂਦੇ ਹਨ।
ਕੰਪਨੀ ਬਾਗ ਸ਼ਹਿਰ ਵਾਸੀਆਂ ਵਾਸਤੇ ਬਹੁਤ ਸੋਹਣੀ ਜਗ੍ਹਾ ਮੰਨੀ ਜਾਂਦੀ ਹੈ। ਸੈਰ ਵਾਸਤੇ ਬੱਚੇ ਖੇਡਦੇ ਹਨ ਔਰ ਨਾਲ ਹੀ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੈਨੋਰਾਮਾ ਹੈ, ਜਿਹਦੇ ਕੋਲ ਇੱਕ ਚਿਲਡਰਨਸ ਪਾਰਕ ਵੀ ਬਣਿਆ ਹੋਇਆ ਹੈ। ਵੇਖਣ ਵਿੱਚ ਆ ਰਿਹਾ ਹੈ ਕਿ ਜਗ੍ਹਾ ਜਗ੍ਹਾ ਗੰਦ ਦੇ ਢੇਰ ਲੱਗੇ ਹੋਏ ਨੇ। ਕਾਰਪੋਰੇਸ਼ਨ ਦੇ ਅੰਡਰ ਆਉਂਦਾ ਹੈ ਔਰ ਕਾਰਪੋਰੇਸ਼ਨ ਹੀ ਇਸ ਨੂੰ ਨਹੀਂ ਚੁੱਕ ਪਾ ਰਹੀ। ਜਗ੍ਹਾ ਨੂੰ ਇੱਕ ਬੈਡ ਲੁੱਕ ਮਿਲਦੀ ਪਈ ਹੈ, ਇੰਪ੍ਰੈਸ਼ਨ ਖਰਾਬ ਪੈਂਦਾ ਹੈ। ਟੂਰਿਸਟ ਵੀ ਇਸ ਵੇਲੇ ਜ਼ਿਆਦਾ ਨੇ ਸ਼ਹਿਰ ਦੇ ਵਿੱਚ ਔਰ ਇੱਧਰ ਆਉਂਦੇ ਨੇ ਅਤੇ ਉਹਨਾਂ ਨੂੰ ਇਹ ਗੰਦ ਇਹ ਦੋ ਜਗ੍ਹਾ ਵਿਜ਼ਿਟ ਕਰਨ ਵੇਲੇ ਨਜ਼ਰ ਆਉਂਦਾ ਹੈ। ਡਿਮਾਂਡ ਰੱਖਦੇ ਹਾਂ ਅਸੀਂ ਕਿ ਇਸ ਜਗ੍ਹਾ ਨੂੰ ਸਾਫ਼ ਰੱਖਿਆ ਜਾਵੇ, ਕਿਉਂਕਿ ਇੱਕ ਹਿਸਟੋਰਿਕ ਜਗ੍ਹਾ ਹੈਗੀ ਹੈ, ਲੋਕਾਂ ਦੇ ਘੁੰਮਣ ਦੀ ਜਗ੍ਹਾ ਹੈ, ਸੈਰ ਕਰਨ ਲੋਕੀ ਆਉਂਦੇ ਨੇ ਔਰ ਇਹ ਨਜ਼ਾਰਾ ਜਿਹੜਾ ਹੈ ਉਹ ਥੋੜ੍ਹਾ ਬੁਰਾ ਲੱਗਦਾ ਹੈ। ਕੈਮਰਾ ਪਰਸਨ ਅਜੇ ਨਾਲ JP ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ। ਥਾਣਾ ਸਦਰ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸ਼ਿਹਾਟਾ ਪੁਲਿਸ ਨੇ ਇੱਕ ਦੋਸ਼ੀ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ 14 ਜੁਲਾਈ ਦੀ ਸਵੇਰ ਨੂੰ ਹੋਈ ਬਰਸਾਤ ਨੇ ਖੋਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਪੋਲ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ 5 रुपए से शुरू। Funland in your city, unlimited fun. तुझे देखा हुआ पागल पागल तेरी बॉडी जैसे पागल पागल पास आ जाने जा बन मेरी यामाहा let me hit the throttle let me make you move let me make you move call me bad boy baby बंदा थोड़ा crack जान लेवा रेज़र मेरा swag let me make you move let me make you move जान लेवा रेज़र मेरा स्वैग है। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। 14 ਜੁਲਾਈ ਦਿਨ ਵੀਰਵਾਰ ਨੂੰ ਸ਼ਹਿਰ ਭਰ ਵਿੱਚ ਹੋਈ ਬਰਸਾਤ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਅਤੇ ਕੁਝ ਘੰਟਿਆਂ ਦੀ ਹੋਈ ਬਰਸਾਤ ਨੇ ਸ਼ਹਿਰ ਭਰ ਵਿੱਚ ਪੂਰੀ ਤਰ੍ਹਾਂ ਜਲਥਲ ਹੀ ਮਚਾ ਕੇ ਰੱਖ ਦਿੱਤੀ ਅਤੇ ਲੋਕਾਂ ਨੂੰ ਆਪਣੇ ਕੰਮਾਂ ਵਿੱਚ ਜਾਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚੱਲਦਿਆਂ ਉਹਨਾਂ ਸਾਡੀ ਫਾਸਟ ਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਰ ਸਰਕਾਰਾਂ ਅਤੇ ਉਹਨਾਂ ਦੇ ਨੁਮਾਇੰਦੇ ਸਹੀ ਤਰੀਕੇ ਨਾਲ ਕੰਮ ਕਰਨ ਤਾਂ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਆਖਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਕੁਝ ਕੀਤਾ ਜਾਏ ਤਾਂ ਜੋ ਲੋਕਾਂ ਨੂੰ ਕਿਸੇ ਵੀ ਦਿੱਕਤਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪੇਸ਼ ਹੈ ਇਸ ਸੰਬੰਧੀ ਫਾਸਟ ਵੇ ਦੀ ਇੱਕ ਸਪੈਸ਼ਲ ਰਿਪੋर्ट। गर्मी तो काफ़ी राहत मिली है बरसात के नाल। मुश्किल है देखो कपड़े खराब बंदे दे हुंदे आ, लंघिया नहीं जाता, किते टोया होवे कोई बजुर्ग डिग भी सकदा वा, सट भी लग सकती है। तो कारपोरेशन नूं कोई ना कोई हल कड्ढना चाहिए। डिमांड इहो ही है कि इहनूं सही करना चाहिए। ये जिहड़ी काम गलत है गलती है। गर्मी तो बहुत राहत मिली है जी सर। इन्नी गर्मी पै रही थी, अज मन प्रसन्न हो गया बारिश पैना। सर बड़े टाइम तो दिक्कत आ रही है, इस चीज़ का कोई सुधार नहीं किया जा रहा गौरमेंट वालों। सर सिरकी बंदा ब्याह है इतने शुरू काफ़ी टाइम तो किया जा रहा है कि इनू ठीक किया जाए। एडा प्रसिद्ध शवाला है अपना तो, लेकिन कोई सुधार नहीं किया जा रहा। मुश्किल की है थोड़ी जी बरसात होंगी तो इतने सीवरेज ऐ भर जाते, जिस तरह कि 2 दिन तो बरसात हो रही है। डिमांड साड़ी तो यही है कि देखो जी साडा शवाला है एडा प्रसिद्ध कि ਇਹਦਾ ਸੁਧਾਰ ਕੀਤਾ ਜਾਵੇ। ਬਾੜ ਗਰਮੀ ਨੂੰ ਤੇ ਬਹੁਤ ਵੱਡੀ ਰਾਹਤ ਮਿਲੀ ਹੈ, ਮਗਰ ਸੀਵਰ ਦਾ ਕੰਮ ਨਾ ਜਿਹੜਾ ਹੈ ਬਹੁਤ ਮਾੜਾ ਹੈ। ਸਰਕਾਰ ਕੁਝ ਕਰਦੀ ਨਹੀਂ ਪਈ।
ਅੱਗੇ ਹਜੇ ਤੇ ਇਹ ਸ਼ੁਰੂਆਤ ਹੈ, ਅੱਗੇ ਕਾਫੀ ਬਰਸਾਤਾਂ ਆਉਣੀਆਂ। ਜੇ ਇਹੀ ਹਾਲਾਤ ਰਹੇ ਤੇ ਕਿੱਦਾਂ ਚੱਲੇਗਾ। ਇਹ ਸੀਵਰ ਦਾ ਕੰਮ ਹੋਣਾ ਚਾਹੀਦਾ। ਜਿਹੜੀ ਵੀ ਸਰਕਾਰ ਹੈ, MLA ਨੂੰ ਚਾਹੀਦਾ ਕਿ ਇਹ ਸੀਵਰ ਦੇ ਕਢਵਾਉਣੇ ਚਾਹੀਦੇ ਆ। ਜੇ ਸੀਵਰ ਨਹੀਂ ਨਿਕਲਣਗੇ ਸਾਰੀ ਇੱਦਾਂ ਹੀ ਚੱਲੀ ਜਾਏਗਾ ਤੇ ਫਿਰ ਸੰਗਤ ਤੰਗੀ ਤੇ ਆਏਗੀ। ਪਰੇਸ਼ਾਨੀ ਇਹੀ ਸੀਵਰ ਦਾ ਪਾਣੀ ਸਮੈਲ ਵਾਲਾ ਪਾਣੀ, ਸਮੈਲ ਬਹੁਤ ਜ਼ਿਆਦਾ ਹੁੰਦੀ ਹੈ। ਡਿਮਾਂਡ ਇਹੀ ਹੈ ਇਹਨੂੰ ਸਫਾਈ ਕੀਤੀ ਜਾਵੇ ਇਹਦੀ ਸੀਵਰ ਦੀ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਵਿਕਾਸ ਦੇ ਕੰਮਾਂ ਦੇ ਨਾਂ 'ਤੇ ਜੋ ਖੋਖਲੇ ਵਾਅਦੇ ਕੀਤੇ ਜਾਂਦੇ ਨੇ, ਉਸ ਦੀ ਜਿਹੜੀ ਪੋਲ ਹੈ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੈ ਕਿ ਸ਼ਹਿਰ ਭਰ ਦੇ ਵਿੱਚ ਹਰ ਜਗ੍ਹਾ ਪਾਣੀ ਖਲੋਤਾ ਨਜ਼ਰ ਆ ਰਿਹਾ। ਪੂਰੀ ਜਲਥਲ ਮਚੀ ਪਈ ਹੈ ਤੇ ਲੋਕ ਆਪਣੇ ਕੰਮਾਂ ਦੇ ਵਿੱਚ ਜਾਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਤੇ ਲੋਕਾਂ ਦੀ ਇੱਕੋ ਹੀ ਮੰਗ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਚਾਹੀਦਾ ਕਿ ਬਰਸਾਤ ਦੇ ਪਾਣੀ ਦੇ ਲਈ ਕੋਈ ਨਿਕਾਸੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਜਿਹੜੇ ਖੋਖਲੇ ਕਿਤੇ ਵਾਅਦੇ ਜਾਂ ਦਾਅਵੇ ਕਰਦੇ ਨੇ ਉਹਨਾਂ ਨੂੰ ਕਿਤੇ ਨੇਪੜੇ ਵੀ ਚੜ੍ਹਨ ਕਿਤੇ ਅਮਲੀ ਜਾਮਾ ਵੀ ਪਹਿਨਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸੀਬਤ ਅਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼, ਅੰਮ੍ਰਿਤਸਰ। ਨਗਰ ਨਿਗਮ ਦੇ ਜ਼ੋਨ ਨੰਬਰ 6 ਵਿਖੇ ਅਸ਼ੋਕ ਹੰਸ ਵੱਲੋਂ ਹੋਏ ਸਮਾਗਮ ਦੌਰਾਨ ਪੰਜਾਬ ਸਫਾਈ ਕਰਮਚਾਰੀ ਐਸੋਸੀਏਸ਼ਨ ਦੇ ਨਵ ਨਿਯੁਕਤ ਜਨਰਲ ਸਕੱਤਰ ਆਸ਼ੂ ਨਾਹਰ ਨੂੰ ਸਨਮਾਨਿਤ ਕੀਤਾ ਗਿਆ। ਰਾਜਕੁਮਾਰ ਰਾਜੂ, ਰਾਜ ਕਲਿਆਣ, ਯਸ਼ਪਾਲ, SDO ਸੁਰਿੰਦਰ ਸਿੰਘ ਵੀ ਮੌਜੂਦ ਸਨ। ਉਹਨਾਂ ਨੂੰ ਵੀ ਬਹੁਤ ਮੁਬਾਰਕਾਂ ਦਿੰਦੇ ਇਸ ਚੀਜ਼ ਦੀਆਂ। ਤੇ ਸ਼੍ਰੀ ਅਸ਼ੋਕ ਹੰਸ ਜੀ ਨੇ ਜ਼ੋਨ ਨੰਬਰ 6 ਦੇ ਵਿੱਚ ਅੱਜ ਮਾਨ ਸਮਾਰੋਹ ਰੱਖਿਆ ਵਾ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਵੱਡੇ ਭਰਾ ਅਸ਼ੋਕ ਹੰਸ ਜੀ ਦਾ। ਯਸ਼ ਭਾਈ ਨੂੰ ਅੱਜ ਮੇਰੇ ਵੱਡੇ ਭਾਈ ਨੇ ਕੋਦੇ ਨਾਲ ਵੀ ਨਵਾਜ਼ਿਆ ਵਾ। ਉਹਨਾਂ ਨੂੰ ਸੀਵਰਮੈਨ ਅਪਲਾਈਜ਼ ਯੂਨੀਅਨ ਦਾ ਵਾਈਸ ਪ੍ਰੈਜ਼ੀਡੈਂਟ ਲਗਾਇਆ ਗਿਆ ਵਾ। ਜਿਸ ਤਰ੍ਹਾਂ ਮੁਲਾਜ਼ਮਾਂ ਦੀਆਂ ਡਾਇਰੈਕਸ਼ਨ ਆਉਣਗੀਆਂ ਵੀ ਮੁਲਾਜ਼ਮਾਂ ਨੂੰ ਇਹ ਚੀਜ਼ਾਂ ਦੀਆਂ ਮੁਸ਼ਕਲਾਂ ਨੇ, ਉਸ ਬੰਦੇ ਪੰਜਾਬ ਦੀ ਜਥੇਬੰਦੀ 'ਚ ਅਹੁਦਾ ਜਿਸ ਤਰ੍ਹਾਂ ਮਿਲਿਆ ਵਾ, ਉਹ ਜਥੇਬੰਦੀ ਹਮੇਸ਼ਾ ਹੀ ਮੁਲਾਜ਼ਮਾਂ ਦੀ ਆਵਾਜ਼ ਨੂੰ ਬੁਲੰਦ ਕਰਦੀ ਰਹੇਗੀ। ਉਹਨਾਂ ਨੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ, ਜਿਹੜੀ ਪਹਿਲਾਂ ਨਗਰ ਨਿਗਮ ਅੰਮ੍ਰਿਤਸਰ ਦੀ ਮਿਲੀ ਸੀ, ਹੁਣ ਪੰਜਾਬ ਦੀ ਸਾਰੀ ਮਿਲੀ ਆ। ਜਿਹੜਾ ਆਪਣੇ ਆਪ ਨੂੰ ਭੂਮਿਕ ਨਿਭਾਉਣਗੇ ਤੇ ਸੱਚੇ ਮਨੋਂ ਚੱਲਦੇ ਪਏ ਤੇ ਸੱਚੇ ਮਨੋਂ ਚੱਲਣਗੇ। ਪੰਜਾਬੀ ਫਿਲਮਾਂ ਦੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਹਾਜ਼ਰੀ ਭਰੀ। ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਹਨਾਂ ਆਖਿਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ। ਅਸੀਂ ਆਸ਼ੀਰਵਾਦ ਲੈਣ ਆਏ ਹਾਂ, ਹਮੇਸ਼ਾ ਦੀ ਤਰ੍ਹਾਂ ਮੱਥਾ ਟੇਕਣ ਆਏ ਸੀ। ਬਸ ਪਰਿਵਾਰ ਨਾਲ ਆਏ ਸੀਗੇ ਤੇ ਬਹੁਤ ਵਧੀਆ ਜੀ, ਕਿਉਂਕਿ ਸਾਡਾ ਆਰਟਿਸਟ ਵੀ ਬਹੁਤ ਹਿੰਮਤੀ ਆ ਉਹ ਤੇ ਸਾਰੀਆਂ ਵੈਸੇ ਵੀ ਉਹਨੂੰ ਅਸੀਂ ਮੋਢੀ ਰੱਖਦੇ ਹਾਂ ਜੀ ਤੇ ਵਧੀਆ ਗੱਲ ਹੈ ਜੀ। ਬਹੁਤ ਮੁਬਾਰਕਾਂ ਨੇ ਵੀਰ ਨੂੰ ਔਰ ਵਧੀਆ। ਸਫਾਈ ਮਜ਼ਦੂਰ ਫੈਡਰੇਸ਼ਨ ਦੇ ਇੱਕ ਵਫਦ ਨੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਵੱਲੋਂ ਆਪਣਾ ਅਹੁਦਾ ਸੰਭਾਲਣ ਤੇ ਸਨਮਾਨਿਤ ਕੀਤਾ ਗਿਆ। ਫੈਡਰੇਸ਼ਨ ਨੇ ਉਹਨਾਂ ਨੂੰ ਹਰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਪ੍ਰਧਾਨ ਵਿਨੋਦ ਬਿੱਟਾ, ਚੇਅਰਮੈਨ ਸੁਰਿੰਦਰ ਟੋਨਾ, ਕੇਵਲ ਕੁਮਾਰ, ਕਸਤੂਰੀ ਲਾਲ, ਵਰਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਵੀ ਮੌਜੂਦ ਸਨ। ਸਾਡੇ ਮਾਨਯੋਗ ਜੁਆਇੰਟ ਕਮਿਸ਼ਨਰ ਜੀ ਨਦੀਪ ਕੌਰ ਜੀ, ਅੱਜ ਉਹਨਾਂ ਨੂੰ ਅਸੀਂ ਸਨਮਾਨਿਤ ਕਰਕੇ ਗਏ। ਜੋ ਸਾਡਾ ਮੁਲਾਜ਼ਮਾਂ ਦਾ ਫਰਜ਼ ਬਣਦਾ ਵੀ ਆਂਦੇ ਆਪਣੇ ਬੌਸ ਦੀ ਵੈਲਕਮ ਕਰਨੀ, ਉਹਨਾਂ ਨੂੰ ਜੀ ਆਇਆਂ ਕਹਿਣਾ, ਇਹ ਸਾਡਾ ਫਰਜ਼ ਆ। ਅੱਜ ਅਸੀਂ ਉਹਨਾਂ ਨੂੰ ਵਧਾਈ ਦੇ ਕੇ ਆਏ ਹਾਂ ਵੀ ਗੁਰੂ ਨਗਰੀ ਦੇ ਵਿੱਚ ਤੁਹਾਨੂੰ ਪ੍ਰਮਾਤਮਾ ਨੇ ਸੇਵਾ ਦਿੱਤੀ ਆ ਤੇ ਚੜ੍ਹਦੀ ਕਲਾ 'ਚ ਰਹਿਣ ਤੇ ਲੋਕਾਂ ਦੇ ਕੰਮ ਕਰਦੇ ਰਹਿਣ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਹੋਲੀ ਸਿਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਬਾਕੀ ਮੇਰੀ ਪ੍ਰਾਇੋਰਟੀ ਰਹੇਗੀ ਕਿ ਲੋਕਾਂ ਦੀ ਜਿੰਨੀ ਵੀ ਸਮੱਸਿਆਵਾਂ ਜਿੰਨੀ ਜਲਦੀ ਉਹਨਾਂ ਦਾ ਹੱਲ ਹੋ ਸਕੇ ਤੇ ਇਸੀ ਮਕਸਦ ਨਾਲ ਇਸੀ ਜਜ਼ਬੇ ਨਾਲ ਮੈਂ ਇੱਥੇ ਕੰਮ ਕਰੂੰਗੀ। ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਬ ਅਰਬਨ ਸਰਕਲ ਅੰਮ੍ਰਿਤਸਰ ਦਿਹਾਤੀ ਦੀ ਚੋਣ ਰਾਜਾ ਸਾਂਸੀ ਵਿਖੇ ਪੰਜਾਬ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਦੁਦਾਲਾ ਅਤੇ ਪੰਜਾਬ ਦੇ ਮੀਤ ਸਕੱਤਰ ਰਮੇਸ਼ ਕੁਮਾਰ ਨੇ ਸਾਂਝੇ ਤੌਰ ਤੇ ਸਰਬਸੰਮਤੀ ਨਾਲ ਕਰਵਾਈ। ਇਸ ਮੌਕੇ ਕੁਲਦੀਪ ਸਿੰਘ ਓਦੋਕੇ ਪ੍ਰਧਾਨ, ਨਿਸ਼ਾਨ ਸਿੰਘ ਮੀਤ ਪ੍ਰਧਾਨ, ਨਵਦੀਪ ਸਿੰਘ ਸਕੱਤਰ, ਰਾਜਵਿੰਦਰ ਸਿੰਘ ਮੀਤ ਸਕੱਤਰ ਅਤੇ ਸਤਪਾਲ ਸਿੰਘ ਕੈਸ਼ੀਅਰ ਚੁਣੇ ਗਏ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਮੁਖਤਾਰ ਸਿੰਘ ਮੁਹਾਵਾ, ਨਰੇਸ਼ ਕੁਮਾਰ, ਸਾਬਕਾ ਕੈਸ਼ੀਅਰ ਯਸ਼ਪਾਲ ਮੰਨਨ, ਦਲਬੀਰ ਸਿੰਘ ਜੋਹਲ, ਰਾਜਿੰਦਰ ਸਿੰਘ ਕਾਲੋ, ਦਿਲਬਾਗ ਸਿੰਘ ਪਿੱਟੇਵੜ, ਜੈਮਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ। ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਉਹਦੇ ਸਭ ਤੋਂ ਵੱਡੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਆ, ਉਹਦੀ ਅੱਜ ਤੀਜੇ ਪੜਾਅ ਦੀਆਂ ਚੋਣਾਂ ਪਹਿਲਾਂ ਸਬ ਡਿਵੀਜ਼ਨ ਪੱਧਰ ਤੇ ਫਿਰ ਡਿਵੀਜ਼ਨ ਪੱਧਰ ਤੇ ਅੱਜ ਸਰਕਲ ਪੱਧਰ ਤੇ ਜਿਹੜੀਆਂ ਚੋਣਾਂ ਹੋਈਆਂ ਵਾ
ਉਹਦੇ 'ਚ ਜਿਹੜੀ ਅੱਜ ਨਵੀਂ ਕਮੇਟੀ ਜਿਹੜੀ ਆ ਉਹ ਚੁਣੀ ਗਈ ਆ ਸਾਥੀ ਕੁਲਦੀਪ ਸਿੰਘ ਉਦੋਗੀ ਦੀ ਦਵਾਈ 'ਚ। ਲੰਮੇ ਸਮੇਂ ਤੋਂ ਮੁਲਾਜ਼ਮ ਜਿਹੜੇ ਆ ਉਹ ਆਪਣੀਆਂ ਮੰਗਾਂ ਦੇ ਸੰਬੰਧ 'ਚ ਲੜਦੇ ਆ ਰਹੇ ਆ। ਪਿਛਲੀਆਂ ਸਰਕਾਰਾਂ ਨੇ ਵੀ ਮੁਲਾਜ਼ਮਾਂ ਦੀਆਂ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਸੀ ਉਹ ਮੰਨ ਕੇ ਲਾਗੂ ਨਹੀਂ ਕੀਤੀਆਂ, ਤੇ ਇਹ ਸਰਕਾਰ ਨੇ ਵੀ ਜਿਹੜੇ ਸਾਨੂੰ ਲਾਰੇ ਲਾਏ ਸੀ ਵੀ ਤੁਹਾਡਾ ਜਿਹੜਾ ਵਾ ਪੇ ਕਮਿਸ਼ਨ ਰਿਲੀਜ਼ ਕੀਤਾ ਜਾਊਗਾ, ਤੇ ਇਹ ਜਿਹੜੀ ਸਰਕਾਰ ਆ ਇਹਨਾਂ ਪਿੱਛੇ ਸਾਡਾ ਜਿਹੜਾ ਵਾ ਹਾਊਸ ਰੈਂਟ ਆਪਣਾ ਕੱਟਿਆ ਵਾ ਤੇ ਪੇਂਡੂ ਭੱਤਾ ਕੱਟਿਆ ਵਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਜੀਵਨ ਜੁਗਤ ਸਮਾਗਮ 3 ਜੁਲਾਈ ਤੋਂ 28 ਅਗਸਤ ਤੱਕ ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਵੱਲੋਂ SGPC ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸੰਬੰਧ 'ਚ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਸਮਾਗਮ ਕਰਾਏ ਜਾਣਗੇ। ਇਸ ਲੜੀ 'ਚ ਸਮਾਗਮ 16 ਜੁਲਾਈ ਨੂੰ ਸ਼ਾਮ 7 ਵਜੇ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਹੋਵੇਗਾ। ਸ਼੍ਰੀ ਦੁਰਗਿਆਣਾ ਤੀਰਥ ਸਥਿਤ ਸ਼੍ਰੀ ਤੁਲਸੀਦਾਸ ਮੰਦਿਰ ਵਿਖੇ ਸ਼੍ਰੀ ਰਾਮਾਇਣ ਪਾਠ ਕੀਤੇ ਗਏ। ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲੈ ਕੇ ਪਾਠ ਕੀਤੇ। ਵਾਰਡ ਨੰਬਰ 68 ਦੇ ਅਧੀਨ ਆਉਂਦੀ ਭਗਤ ਸਿੰਘ ਕਲੋਨੀ ਵਿਖੇ ਸ਼੍ਰੀਮਦ ਭਾਗਵਤ ਕਥਾ ਸਪਤਾਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਵਿਸ਼ਵ ਲੂਥਰਾ ਵਿਸ਼ੇਸ਼ ਤੌਰ ਤੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਓਮ ਪ੍ਰਕਾਸ਼, ਧਰਮਪਾਲ ਸ਼ੋਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। पंडित करण जी वालों कथा का उच्चारण किया गया। तो द्वारकाधीश जो कह रहे हैं बोले आप इसका क्या करोगे, इससे अच्छा आप हमें इस स्वर्ण जो मणि है इसको दे दीजिए। बोले क्यों? बोले हमारी इतनी प्रजा है। सिंगर दीक्षा शर्मा दी पेटां दी सीडी मां चिंतपूर्णी मेले के संबंध च रिलीज की जा रही है। गायक मास्टर सलीम अते गुरु दीपन राज ने पोस्टर रिलीज किया। नच नच कमली और मारस लागू ने वीडियो बनाया है, प्रोड्यूसर साडे जोश भाजी ने और गुरदीप राय ने ये पोस्टर डिजाइन किया है। ब्लैसिंग साडियां हैगियां ने साडी पुत्री दे नाल। सो आ रहा जल्दी नच नच कमली, सारे जाने प्यार दिओ, आशीर्वाद। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਅੰਮ੍ਰਿਤਸਰ ਦੇ ਕੋਲੋਨਾਈਜ਼ਰਸ ਨੇ ਚੰਡੀਗੜ੍ਹ ਵਿਖੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨਾਲ ਕੀਤੀ ਮੀਟਿੰਗ। ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਪਹਿਲੀ ਪ੍ਰਾਥਮਿਕਤਾ, ਆਖਿਆ DGP ਗੌਰਵ ਯਾਦਵ ਨੇ। नगर निगम संबंधी लोगों दी मुश्किलां पहल के आधार ते हल होणगियां, आख्या कमिश्नर कुमार सौरभ राज ने। ये सन अज दीयां खबरां। असीं अगले बुलेटिन विच फिर मिलांगे। हुण मैनूं दिओ इजाजत। धन्नवाद।